ਬੱਚਿਓ ਅੱਜ ਦੇ ਐਮਏ 4th ਸਮੈਸਟਰ ਦੇ ਐਮਪੀਪੀ ਦੇ ਲੈਕਚਰ ਦੇ ਵਿੱਚ ਜਾਂ ਵਰਚੁਅਲ ਕਲਾਸ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਨਵਾਂ ਇੱਕ ਯੂਨਿਟ ਜਿਹੜਾ ਹੈਗਾ ਉਹ ਸ਼ੁਰੂ ਕਰਾਂਗੇ। ਥਰਡ ਯੂਨਿਟ ਦਾ ਅਸੀਂ ਜਿਹੜਾ ਹੈ ਇੱਕ ਟੌਪਿਕ ਜਿਹੜਾ ਹੈ ਨਵ ਉਦਾਰਵਾਦ ਵਾਲਾ ਜਾਂ ਨਿਊ ਲਿਬਰਲਿਜ਼ਮ ਵਾਲਾ ਜਿਹੜਾ ਟੌਪਿਕ ਹੈ ਉਹ ਡਿਸਕਸ ਕਰਾਂਗੇ। ਸੋ ਮੈਂ ਇੱਥੇ ਤੁਹਾਡੇ ਨਾਲ ਇੱਕ ਜਿਹੜਾ ਹੈ ਪੀਪੀਟੀ ਸ਼ੇਅਰ ਕਰਨ ਲੱਗਾ ਹੈਗਾ। ਇਹਨੂੰ ਜਿਹੜਾ ਹੈਗਾ ਧਿਆਨ ਨਾਲ ਤੁਸੀਂ ਜਿਹੜਾ ਹੈਗਾ ਦੇਖੋ। ਮੈਂ ਸ਼ੇਅਰ ਕਰ ਲਈ ਤੁਹਾਡੇ ਨਾਲ ਪੀਪੀਟੀ। ਹੁਣ ਜਿਹੜਾ ਅੱਜ ਦਾ ਸਾਡਾ ਟੌਪਿਕ ਹੈ ਇਹਨੂੰ ਅਸੀਂ ਜਿਹੜਾ ਹੈਗਾ मैं पहले वाला जो रब करता पिया बोर्ड ते कुछ लिखा होया सीगा वो मैं जिहड़ा हैगा रब करता पिया हैगा। मैनूं उम्मीद है कि तुहानूं सारिआं नूं जिहड़ा है बोर्ड जिहड़ा है विजिबल होएगा। असीं अज यूनिट 3 ठीक है जी यूनिट 3 दा असीं टॉपिक 1 जिहड़ा है वो डिस्कस करना न्यू कहने इहनूं लिबरलिज्म। न्यू लिबरलिज्म वाला टॉपिक जिहड़ा है असीं करांगे डिस्कस। ये बड़ा जर्नल जिहा टॉपिक हैगा और इंटरस्टिंग टॉपिक है। ये मैनू उम्मीद है कि तुसीं इंटरनैशनल पॉलिटिक्स के पेपर दे विच या अंतरराष्ट्रीय संबंधां दे पेपर दे विच ये जिहड़ा पेपर हैगा तुसीं पढ़िया होना है। ये क्वेश्चन जिहड़ा है पढ़िया होना है। हुण जदों असीं नव उदारवाद की गल करदे हैं तां साडे सामने या साडे जहन दे विच ये गल आंदी है कि नव उदारवाद की लोड़ क्यों पई या जिहड़ा क्लासिकल लिबरलिज्म सीगा जिन्हों असी व्यक्तिवाद कहने और उस तो बाद जिहड़ा मॉडर्न लिबरलिज्म आया कि ये जिहड़े दोनों उदारवादी विचार सीगे इन्हां दा कोई संबंध जिहड़ा हैगा वो नव उदारवाद दे नाल हैगा या जिहड़ा ये टॉपिक है इसका संबंध विश्वीकरण नाल है या नहीं या जिहड़ा ये टॉपिक है वो वैश्वीकरण की प्रक्रिया चों ही निकलिया है होया सिद्धांत है। इस ते भी असीं जिहड़ी है चर्चा करांगे या गहन जिहड़ी है गहन चर्चा जिहड़ी है इहदे उत्ते आपां करांगे। ठीक है जी। फिर इस टॉपिक दे विच असीं सब नालों पहलां इहदी परिभाषा डिस्कस करनी कि नव उदारवाद की हुंदा है। इहदी अंतरराष्ट्रीय राजनीति दे विच या तुलात्मक राजनीति दे विच या राजनीति के खेत्र विच इन जनरल इसकी उत्पत्ति किस तरह हुई, एवोल्यूशन किस तरह हुई, कदों ये कंसैप्ट आया। ठीक है जी। इहदे विच फिर असीं इतिहासिक परिपेक्ष तो जिहड़ा है नव उदारवाद का जिहड़ा टॉपिक है उन्हों असीं डिस्कस करांगे। इतिहासिक परिपेक्ष तो जदों असीं इहदा अध्ययन करांगे या इनू एनालाइज करांगे तां ही सानू पता लगेगा कि इसकी जिहड़ी उत्पत्ति है
ਉਹ ਕਿਸ ਤਰ੍ਹਾਂ ਹੋਈ, ਇਸ ਦੀ ਉਤਪत्ति किस तरह हुई, और ਜਿਹੜੇ ਵੱਖ-ਵੱਖ ਸਿਧਾਂਤ ਸੀਗੇ ਜਿਨ੍ਹਾਂ ਦਾ ਉਦੇ 1970 ਤੋਂ ਬਾਅਦ ਹੋਇਆ, ਜਿੱਦਾਂ फॉर एग्जाम्पल पोस्ट मॉडर्निज्म हो गया, पोस्ट मार्क्सिज्म हो गया, फिर वातावरणवाद हो गया, फिर अगर आप गल करिए शांतिवाद, ਉਹਦਾ इस विषय ਦੇ ਨਾਲ ਕੀ ਜੁੜਾਵ ਹੈ, ਜਾਂ ਇਹ ਵਿਸ਼ੇ ਕਿਸ ਤਰ੍ਹਾਂ ਦੇ ਨਾਲ ਆਪਸ ਦੇ ਵਿੱਚ ਇੰਟਰਕਨੈਕਟਡ ਨੇ, ਕਿ ਇਹਨਾਂ ਵਿਸ਼ਿਆਂ ਦੇ ਇੰਟਰਕਨੈਕਸ਼ਨ ਦੇ ਨਾਲ ਇਸ ਵਿਸ਼ੇ ਜਾਂ ਇਸ ਟੌਪਿਕ ਦਾ ਜਿਹੜਾ ਹੈ ਉਹ ਜਨਮ ਹੋਇਆ। ਫਿਰ ਜਦੋਂ ਇਤਿਹਾਸਿਕ ਪਰਿਪੇਖ ਆਪਾਂ ਲਿਬਰਲਿਜ਼ਮ ਦਾ ਜਾਂ ਨਿਊ ਲਿਬਰਲਿਜ਼ਮ ਦਾ ਅਸੀਂ ਵੇਖ ਲਵਾਂਗੇ, ਉਸ ਤੋਂ ਬਾਅਦ ਅਸੀਂ ਇਹਦਾ ਜਿਹੜੇ ਆਲੋਚਨਾਤਮਕ ਵਿਆਖਿਆ ਕਰਾਂਗੇ ਜਾਂ ਇਸ ਦੀ ਜਿਹੜੀ ਹੈ ਆਲੋਚਨਾ ਕਰਾਂਗੇ। ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਤੇ ਜਦੋਂ ਅਸੀਂ ਨਵ ਉਦਾਰਵਾਦ ਦੀ ਗੱਲ ਕਰਦੇ ਹਾਂ ਤਾਂ ਸਾਡੇ ਜ਼ਿਹਨ ਦੇ ਵਿੱਚ ਵੈਸ਼ਵੀਕਰਨ ਦੀ ਜਿਹੜੀ ਪ੍ਰਕਿਰਿਆ ਚਲੀ 1950 ਤੋਂ ਬਾਅਦ, ਦੂਸਰੇ ਵਿਸ਼ਵ ਯੁੱਧ ਤੋਂ ਬਾਅਦ, ਔਰ ਉਹ ਵੈਸ਼ਵੀਕਰਨ ਦੀ ਪਰਿਭਾਸ਼ਾ ਕੀ ਹੈ, ਗਲੋਬਲਾਈਜੇਸ਼ਨ ਆਪਾਂ ਕਿਹਨੂੰ ਕਹਿੰਦੇ ਹਾਂ। ਜਦੋਂ ਅਸੀਂ ਵੈਸ਼ਵੀਕਰਨ ਨੂੰ ਪਰਿਭਾਸ਼ਿਤ ਕਰ ਦੇਵਾਂਗੇ, ਠੀਕ ਹੈ ਜੀ। ਹੁਣ ਆ ਮੈਂ ਤੁਹਾਡੇ ਨਾਲ ਇੱਕ ਸਲਾਈਡ ਜਿਹੜੀ ਹੈ ਸ਼ੇਅਰ ਕੀਤੀ ਹੋਈ ਹੈ, ਇਹਦੇ ਵਿੱਚ ਗਲੋਬਲਾਈਜੇਸ਼ਨ ਦਾ ਅਰਥ ਸਮਝਾਇਆ ਗਿਆ ਹੈ ਬੜੇ ਸਰਲ ਸ਼ਬਦਾਂ ਦੇ ਵਿੱਚ। ਉਹ ਕਹਿੰਦਾ ਜੀ ਗਲੋਬਲਾਈਜੇਸ਼ਨ ਇਜ਼ ਅ ਪ੍ਰੋਸੈਸ ਆਫ interaction and integration among people, companies and governments of different nations। ਹੁਣ ਵੈਸ਼ਵੀਕਰਨ ਕੀ ਸੀਗਾ, ਆਰਥਿਕ ਖੇਤਰ ਵਿੱਚ ਦੇਸ਼ ਜਿਹੜੇ ਹੈ, ਦੇਸ਼ਾਂ ਨੇ ਜਿਹੜਾ ਹੈ ਵਪਾਰ ਨੂੰ ਵਧਾਉਣ ਵਾਸਤੇ ਜਦੋਂ ਡੀਕੋਲੋਨਾਈਜੇਸ਼ਨ ਪ੍ਰੋਸੈਸ ਚੱਲਿਆ 1945 ਤੋਂ ਬਾਅਦ, ਜਦੋਂ ਬਸਤੀਵਾਦ ਸਮਾਪਤ ਹੋ ਗਿਆ, ਜਦੋਂ ਨਵ ਜਿਹੜਾ ਸੀਗਾ ਬਸਤੀਵਾਦ ਉਹਦਾ ਉਦੈ ਹੋਇਆ, ਨਵ ਬਸਤੀਵਾਦ ਦੇ ਉਦੈ ਦੇ ਨਾਲ ਕੀ ਹੋਇਆ ਕਿ ਜਿਹੜੇ ਵੱਖ-ਵੱਖ ਦੇਸ਼ ਸੀਗੇ ਵਿਸ਼ਵ ਦੇ ਵਿੱਚ, ਜਿਹੜੇ ਕਿ ਆਰਥਿਕ ਰੂਪ ਦੇ ਵਿੱਚ ਵਿਕਸਿਤ ਸੀਗੇ, ਔਰ ਆਰਥਿਕ ਰੂਪ ਦੇ ਵਿੱਚ ਵਿਕਸਿਤ ਹੋਣ ਦੇ ਕਾਰਨ ਇਹਨਾਂ ਨੂੰ ਆਪਣੇ ਸਮਾਨ ਵੇਚਣ ਵਾਸਤੇ ਮੰਡੀਆਂ ਦੀ ਲੋੜ ਪਈ। ਜਿੱਦਾਂ ਅਸੀਂ ਅਗਰ ਗੱਲ ਕਰੀਏ 1600 ਈਸਵੀ ਦੀ, ਜਦੋਂ ਵੱਖ-ਵੱਖ ਜਿਹੜੇ ਦੇਸ਼ ਸੀਗੇ ਉਹਨਾਂ ਦੀਆਂ ਜਿਹੜੀਆਂ ਵਪਾਰਿਕ ਕੰਪਨੀਆਂ ਸੀਗੀਆਂ, ਉਹਨਾਂ ਨੇ ਆਗਿਆ ਮੰਗੀ। ਕਿਹਦੇ ਤੋਂ ਆਗਿਆ ਮੰਗੀ? ਉਹਨਾਂ ਨੇ ਆਗਿਆ ਮੰਗੀ, ਧਿਆਨ ਨਾਲ ਸੁਣੋ, ਉਹਨਾਂ ਨੇ ਆਗਿਆ ਮੰਗੀ ਉਸ ਵੇਲੇ ਦੇ ਜਿਹੜੇ ਮਹਾਰਾਜ ਸੀਗਾ, ਉਸ ਵੇਲੇ ਦਾ ਜਿਹੜਾ ਰਾਜਾ ਸੀ ਭਾਰਤ ਦਾ, ਜਹਾਂਗੀਰ ਤੋਂ 1605 ਦੇ ਵਿੱਚ, ਜਿਸ ਤੋਂ ਬਾਅਦ ਉਹਨਾਂ ਨੇ ਜਿਹੜਾ ਸੀ ਵਪਾਰਿਕ। ਸੋ ਇਸੇ ਤਰ੍ਹਾਂ ਅਗਰ ਅਸੀਂ ਆਧੁਨਿਕ ਯੁੱਗ ਦੇ ਵਿੱਚ ਗੱਲ ਕਰੀਏ 1945 ਤੋਂ ਬਾਅਦ ਜਾਂ 1950 ਤੋਂ ਬਾਅਦ ਗੱਲ ਕਰੀਏ, ਤਾਂ ਸੋ ਜਿਹੜੇ ਵਿਕਸਿਤ ਦੇਸ਼ ਸੀਗੇ ਉਹਨਾਂ ਨੂੰ ਆਪਣਾ ਸਮਾਨ ਵੇਚਣ ਵਾਸਤੇ ਮੰਡੀਆਂ ਦੀ ਲੋੜ ਪਈ, ਠੀਕ ਹੈ ਜੀ, ਜਿਸ ਦੇ ਕਾਰਨ ਨਵ ਬਸਤੀਵਾਦ ਦਾ ਜਿਹੜਾ ਸੀ ਜਨਮ ਹੋਇਆ। ਔਰ ਨਵ ਬਸਤੀਵਾਦ ਦੇ ਨਾਲ ਤੋਂ ਬਾਅਦ ਜਿਹੜਾ ਹੈ ਗਲੋਬਲਾਈਜੇਸ਼ਨ ਦੀ ਜਿਹੜੀ ਹੈ ਪ੍ਰਕਿਰਿਆ ਜਿਹੜੀ ਸੀਗੀ ਉਹ ਸ਼ੁਰੂ ਹੋਈ। ਸੋ
ਗਲੋਬਲਾਈਜੇਸ਼ਨ ਕੀ ਹੈ, ਆਪਣੇ ਜਿਹਨੂੰ ਆਪਾਂ ਕਹਿੰਦੇ ਵੈਸ਼ਵੀਕਰਨ ਕੀ ਹੈ, ਇਹ ਜਿਹੜੇ ਦੇਸ਼ ਹੈ ਉਹਨਾਂ ਵਿਚਕਾਰ ਇੱਕ ਇਹੋ ਜਿਹੀ ਸਾਂਝ ਹੈ ਜਾਂ ਇਹੋ ਜਿਹੀ ਸਾਂਝ ਦੀ ਪ੍ਰਕਿਰਿਆ ਹੈ ਜਿਸ ਦੇ ਵਿੱਚ ਸਾਂਝ ਹੈ ਔਰ ਅੰਤਰਕਿਰਿਆ ਵੀ ਹੈ। ਹੁਣ ਗਲੋਬਲਾਈਜੇਸ਼ਨ ਨੂੰ ਅਸੀਂ ਇੱਕ ਅੰਤਰਕਿਰਿਆ ਵੀ ਮੰਨ ਸਕਦੇ ਹਾਂ, ਇੱਕ ਸਾਂਝ ਵੀ ਮੰਨ ਸਕਦੇ ਹਾਂ ਕਿ ਇਹਦੇ ਦਰਮਿਆਨ ਵੱਖ-ਵੱਖ ਦੇਸ਼ਾਂ ਦੇ ਦਰਮਿਆਨ ਹੈ, ਜਿਸ ਦੇ ਵਿੱਚ ਲੋਕ ਇਸ ਪ੍ਰਕਿਰਿਆ ਦੇ ਵਿੱਚ ਕੌਣ ਸ਼ਾਮਿਲ ਹੈ, ਇਸ ਪ੍ਰਕਿਰਿਆ ਦੇ ਵਿੱਚ ਜਿਹੜੇ ਹੈ ਲੋਕ ਜਿਹੜੇ ਹੈ ਸ਼ਾਮਿਲ ਹੈ, ਲੋਕ ਸ਼ਾਮਿਲ ਹੈ, ਕੰਪਨੀਆਂ ਸ਼ਾਮਿਲ ਹੈ ਔਰ ਗਵਰਨਮੈਂਟਸ ਆਫ ਡਿਫਰੈਂਟ ਨੇਸ਼ਨਸ ਜਿਹੜੇ ਹੈ ਉਹ ਸ਼ਾਮਿਲ ਹੈ। ਮਤਲਬ ਇਹਦੇ ਵਿੱਚ ਲੋਕ ਸ਼ਾਮਿਲ ਨੇ, ਇਹਦੇ ਵਿੱਚ ਜਿਹੜੀਆਂ ਵਪਾਰਕ ਕੰਪਨੀਆਂ ਆ ਜਾਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਹੈਗੀਆਂ ਹੈ ਅਤੇ ਸਰਕਾਰਾਂ ਹੈ। ਕਿਹੜੀਆਂ ਸਰਕਾਰਾਂ? ਵੱਖ-ਵੱਖ ਦੇਸ਼ਾਂ ਦੀਆਂ ਸਰਕਾਰੀ ਪੱਧਰ ਉੱਤੇ ਜਿਹੜਾ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ ਹੋਈ ਹੈ। ਫਿਰ ਕਈ ਤਰ੍ਹਾਂ ਦੇ ਟ੍ਰੇਡ ਐਗਰੀਮੈਂਟਸ ਜਿਹੜੇ ਹੈ ਵੱਖ-ਵੱਖ ਦੇਸ਼ਾਂ ਦੇ ਵਿਚਕਾਰ ਹੋਏ ਹੈ, ਜਿਹਦੇ ਅੰਤਰਗਤ ਜਿਹੜਾ ਹੈ ਅੰਤਰਰਾਸ਼ਟਰੀ ਵਪਾਰ ਜਿਹੜਾ ਹੈਗਾ ਉਹ ਚੱਲਦਾ ਹੈ, ਜਿਹਦੇ ਅੰਤਰਗਤ ਵਪਾਰ ਚੱਲਦਾ ਹੈ ਔਰ ਵਪਾਰਿਕ ਜਿਹੜੀ ਸਾਂਝ ਹੈ ਉਹ ਚੱਲਦੀ ਹੈ। ਠੀਕ ਹੈ, ਸੋ ਇਸ ਸਾਂਝ ਨੂੰ ਅਸੀਂ ਜਿਹੜਾ ਹੈ ਵਿਸ਼ਵੀਕਰਨ ਦਾ ਨਾਮ ਜਿਹੜਾ ਹੈਗਾ ਉਹ ਦਿੰਦੇ ਹਾਂ। ਹੁਣ ਅਗਲੀ ਸਲਾਈਡ ਵੱਲ ਆਉਂਦੇ ਹਾਂ ਅਸੀਂ। ਹੁਣ ਜਿਹੜੀ ਵਿਸ਼ਵੀਕਰਨ ਦੀ ਪ੍ਰਕਿਰਿਆ ਸੀਗੀ, ਇਹਦੇ ਆਮਦ ਦੇ ਨਾਲ, ਇਹਦੇ ਆਉਣ ਦੇ ਨਾਲ ਕਿਹੜੀ ਚੀਜ਼ आई? ग्लोबलाइजेशन इज ड्रिवन बाय इंटरनेशनल ट्रेड। ਜਿਹੜੀ ਵੈਸ਼ਵੀਕਰਨ ਦਾ ਪ੍ਰਕਿਰਿਆ ਸੀਗੀ ਉਹ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਜ਼ਰੂਰਤਾਂ ਪਲੱਸ ਅੰਤਰਰਾਸ਼ਟਰੀ ਜਿਹੜਾ ਵਪਾਰ ਸੀਗਾ, ਠੀਕ ਹੈ ਜੀ, ਉਹਦੇ ਤੋਂ ਪ੍ਰੋਤਸਾਹਿਤ ਹੋਇਆ ਜਿਹੜਾ ਹੈ ਇਹ ਕਨਸੈਪਟ ਹੈ। ਠੀਕ ਹੈ, ਇਹਦੇ ਵਿੱਚ ਜਿਹੜੇ ਵੱਖ-ਵੱਖ ਦੇਸ਼ ਹੈ ਉਹ ਵਪਾਰ ਵੀ ਕਰਦੇ ਹੈ, ਜਿਹੜਾ ਹੈ ਉਸ ਵਪਾਰ ਦੇ ਵਿੱਚ ਜਿਹੜਾ ਹੈ ਪੂੰਜੀ ਵੀ ਲਗਾਉਂਦੇ ਆ, ਇਨਵੈਸਟਮੈਂਟ ਵੀ ਕਰਦੇ ਆ। ਮਤਲਬ ਪੂੰਜੀ ਨੂੰ ਅਸੀਂ ਇੱਕ ਹੋਰ ਸ਼ਬਦ ਆਪਾਂ ਇਕਨੋਮਿਕਸ ਦੇ ਵਿੱਚ ਯੂਜ਼ ਕਰੀਦਾ ਹੈਗਾ ਲਿਕੁਇਡਿਟੀ ਵੀ ਜਿਹੜਾ ਹੈ ਉਹ ਲਗਾਉਂਦੇ ਆ। ਠੀਕ ਹੈ, ਬਾਈ ਵਿਚ ਦੀ ਇਫੈਕਟਸ ਔਨ ਐਵਰੀ ਹਿਊਮਨ ਲਾਈਫ। ਸੋ ਇਹਦਾ ਜਿਹੜਾ ਪ੍ਰਭਾਵ ਹੈ, ਵੈਸ਼ਵੀਕਰਨ ਦਾ ਜਿਹੜਾ ਪ੍ਰਭਾਵ ਹੈ ਉਹ ਕਿਹਦੇ ਤੇ ਪੈ ਰਿਹਾ ਹੈ? ਇਹਦੇ ਨਾਲ ਕੀ ਹੋਇਆ? ਵੈਸ਼ਵੀਕਰਨ ਦੇ ਨਾਲ ਜਿਹੜੀ ਵਿਸ਼ਵ ਦੇ ਵਿੱਚ ਤਕਨੀਕ ਹੈ ਜਾਂ ਤਕਨੀਕੀ ਸਾਧਨ ਹੈ ਉਹਨਾਂ ਦੇ ਵਿੱਚ ਜਿਹੜਾ ਹੈ ਸੀ ਚੇਂਜ ਆਇਆ, ਉਹਨਾਂ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਹੈ ਉન્નਤੀ ਜਿਹੜੀ ਹੈ ਹੋਈ। ਠੀਕ ਹੈ ਜੀ, ਦੂਸਰੀ ਗੱਲ ਇਹਦੇ ਵਿੱਚ ਜਿਹੜਾ ਐਵਰੀ ਜਿਹੜੀ ਹਿਊਮਨ ਲਾਈਫ ਹੈ ਉਹਦੇ ਆਸਪੈਕਟ ਉੱਤੇ ਵੀ ਜਿਹੜਾ ਹੈ ਅਸਰ ਜਿਹੜਾ ਪਿਆ। ਸੋ ਇਸ ਸਾਰੀ ਪ੍ਰਕਿਰਿਆ ਨੂੰ ਅਸੀਂ ਜਿਹੜਾ ਹੈ ਗਲੋਬਲਾਈਜੇਸ਼ਨ ਪ੍ਰੋਸੈਸ ਕਹਿੰਦੇ ਆ। ਔਰ ਠੀਕ ਹੈ ਜੀ, ਸੋ ਅੱਜ ਦਾ ਜਿਹੜਾ ਇਹ ਵਰਚੁਅਲ ਕਲਾਸ ਹੈ ਮੈਂ ਇੱਥੇ ਤੱਕ ਹੀ ਸੀਮਿਤ ਜਿਹੜੀ ਰੱਖੂੰਗਾ। ਮੈਂ ਅੱਜ ਦੀ ਜਿਹੜੀ ਵਰਚੁਅਲ ਕਲਾਸ ਇੱਥੇ ਖਤਮ ਕਰਦਾ। ਕੱਲ ਨੂੰ ਇਸ ਟੌਪਿਕ ਨੂੰ ਜਿਹੜਾ ਹੈ ਹੋਰ ਜਿਹੜੇ ਵਿਚਾਰਕ ਹੋਏ ਗਲੋਬਲਾਈਜੇਸ਼ਨ ਦੀਆਂ ਜਿਹੜੀਆਂ ਪਰਿਭਾਸ਼ਾਵਾਂ ਹੈ ਅਸੀਂ ਡਿਸਕਸ ਕਰਾਂਗੇ ਕੱਲ ਦੀ ਵਰਚੁਅਲ ਕਲਾਸ ਦੇ ਵਿੱਚ। ਪਲੱਸ ਤੁਹਾਡੀ ਕੱਲ ਜਿਹੜੀ ਹੈਗੀ ਹੈ ਲਾਈਵ ਕਲਾਸ ਵੀ ਲੱਗੂਗੀ 3:20 ਤੇ, ਉਹ ਰੋਜ਼ ਹੀ ਲੱਗਿਆ ਕਰਨੀ। ਠੀਕ ਹੈ ਜੀ, ਸੋ ਅੱਜ ਦਾ ਮੈਂ ਲੈਕਚਰ ਇੱਥੇ ਖਤਮ ਕਰਦਾ। ਬਾਕੀ ਦੀ ਜਿਹੜੀ ਡਿਸਕਸ਼ਨ ਹੈ ਉਹ ਅਸੀਂ ਜਿਹੜਾ ਹੈਗਾ ਉਹ ਕੰਟੀਨਿਊ ਕਰਾਂਗੇ, ਜਿਹੜਾ ਆਪਣਾ ਜਿਹੜਾ 3:15 ਵਜੇ ਜਿਹੜਾ ਲੈਕਚਰ ਲੱਗਣਾ ਹੈਗਾ। ਥੈਂਕ ਯੂ ਵੈਰੀ ਮਚ।